ਦੋਸਤੋ ਸਵਾਗਤ ਹੈ 1 ਨੰਬਰ ਦੇ ਪ੍ਰਸ਼ਨ ਉੱਤਰ ਦੇ ਅਗਲੇ ਵੀਡੀਓ ਵਿੱਚ। ਤੇ ਇਹ ਜੋ ਕੁਐਸਚਨਸ ਲੈ ਕੇ ਆਇਆ ਹਾਂ ਮੈਂ, ਇਹ ਹੈ ਭਾਰਤੀ ਵਿਦੇਸ਼ ਨੀਤੀ ਨਾਲ ਸੰਬੰਧਿਤ। ਤੇ ਚਲੋ ਪੜ੍ਹਦੇ ਹਾਂ ਭਾਰਤੀ ਵਿਦੇਸ਼ ਨੀਤੀ ਨਾਲ ਸੰਬੰਧਿਤ 1 ਨੰਬਰ ਦੇ ਪ੍ਰਸ਼ਨ ਉੱਤਰ। ਹੋਪਫੁਲੀ ਤੁਸੀਂ ਇਸ ਨੂੰ ਸੁਣੋਗੇ, ਪੜ੍ਹੋਗੇ ਤੇ ਲਿਖ ਕੇ ਵੀ ਦੇਖੋਗੇ। ਤੇ ਸਹੀ ਗਲਤ ਵਾਲੇ ਪ੍ਰਸ਼ਨ ਹੈ। ਪਹਿਲੇ, ਵਿਦੇਸ਼ ਨੀਤੀ ਦਾ ਉਦੇਸ਼ ਦੂਜੇ ਰਾਜਾਂ ਨਾਲ ਸੰਬੰਧ ਬਣਾਉਣ ਸਮੇਂ ਆਪਣੇ ਰਾਜ ਦੇ ਹਿੱਤਾਂ ਦਾ ਵਿਕਾਸ ਕਰਨਾ ਹੈ। ਸਹੀ ਜਾਂ ਗਲਤ? ਤੇ ਬਿਲਕੁਲ ਸਹੀ ਹੈ। ਕੋਈ ਵੀ ਦੇਸ਼ ਜਦੋਂ ਵਿਦੇਸ਼ ਨੀਤੀ ਬਣਾਉਂਦਾ ਆਪਣਾ, ਤੇ ਆਪਣੇ ਹਿੱਤਾਂ ਨੂੰ ਹਮੇਸ਼ਾ ਹੀ ਰੱਖਦਾ ਹੈ ਸਾਹਮਣੇ, ਪਹਿਲਾਂ ਰੱਖਦਾ ਹੈ। ਤੇ ਇਹ ਉੱਤਰ ਸਹੀ ਹੈ, ਇਸ ਦਾ ਉੱਤਰ ਸਹੀ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ। ਤੇ ਇਹਦਾ ਉੱਤਰ ਹੈ ਗਲਤ, ਕਿਉਂਕਿ ਭਾਰਤ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਨਹੀਂ ਹੈ। ਭਾਰਤ ਅਸਥਾਈ ਮੈਂਬਰ ਕਈ ਵਾਰ ਰਹਿ ਚੁੱਕਾ ਹੈ, ਪਰ ਸਥਾਈ ਮੈਂਬਰ 5 ਹੈਗੇ। ਉਹ ਤੁਹਾਨੂੰ ਪਤਾ ਹੈ, ਅਮਰੀਕਾ, ਇੰਗਲੈਂਡ, ਚੀਨ, ਰੂਸ ਤੇ ਫਰਾਂਸ। ਅੱਗੇ ਚੱਲਦੇ ਬਹੁ ਵਿਕਲਪੀ ਪ੍ਰਸ਼ਨ, ਯਾਨੀ ਕਿ ਵਿਕਲਪ ਦਿੱਤੇ ਹੈ, ਇਹਦੇ 'ਚ ਸਹੀ ਉੱਤਰ ਦੀ ਚੋਣ ਕਰੋ। ਪ੍ਰਸ਼ਨ ਹੈ, ਵਿਦੇਸ਼ ਨੀਤੀ ਅੱਜ ਅਜਿਹੇ ਸਿਧਾਂਤਾਂ ਅਤੇ ਵਿਵਹਾਰਾਂ ਦਾ ਸਮੂਹ ਹੈ ਜਿਨ੍ਹਾਂ ਦੁਆਰਾ ਇੱਕ ਰਾਜ ਦੇ ਦੂਜੇ ਰਾਜ ਨਾਲ ਸੰਬੰਧਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ। ਇਹ ਕਥਨ ਕਿਸ ਦਾ ਹੈ? ਇਹ ਕਥਨ ਹੈ, ਸਾਡੇ ਕੋਲ 4 ਆਪਸ਼ਨ ਹੈਗੇ, ਤੇ ਇਹ ਕਥਨ ਚਾਰਾਂ ਵਿੱਚੋਂ ਰੁਥਨਾ ਸਵਾਮੀ ਜੀ ਦਾ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਵਿਦੇਸ਼ ਨੀਤੀ ਸ਼ਾਸਨ ਦੀ ਅਜਿਹੀ ਕਲਾ ਹੈ ਜੋ ਮੁੱਖ ਰੂਪ ਵਿੱਚ ਵਿਦੇਸ਼ੀ ਸ਼ਕਤੀਆਂ ਨਾਲ ਸੰਬੰਧ ਰੱਖਦੀ ਹੈ। ਇਹ ਕਥਨ ਕਿਸ ਦਾ ਹੈ? ਉੱਤਰ ਹੈ ਡਾਕਟਰ ਜੌਨਸਨ ਦਾ। ਅਗਲਾ ਪ੍ਰਸ਼ਨ ਹੈ, ਭਾਰਤ ਦੀ ਵਿਦੇਸ਼ ਨੀਤੀ ਨਾਲ ਸੰਬੰਧਿਤ ਸਿਧਾਂਤਾਂ ਦਾ ਵਰਣਨ ਸੰਵਿਧਾਨ ਦੇ ਕਿਸ ਅਧਿਆਇ ਵਿੱਚ ਕੀਤਾ ਗਿਆ ਹੈ? ਤੇ ਇਸ ਅਧਿਆਇ ਦੀ ਜਗ੍ਹਾ ਤੁਸੀਂ ਪਾਰਟ ਵੀ ਭਾਗ ਮੈਂਸ਼ਨ ਕਰ ਸਕਦੇ ਹੋ। ਅਧਿਆਇ ਨਾਲ ਥੋੜ੍ਹਾ ਕਨਫਿਊਜ਼ਨ ਹੋ ਸਕਦਾ ਹੈ। ਭਾਗ ਤੇ ਚੌਥੇ ਭਾਗ ਦੇ ਵਿੱਚ ਹੈ ਪਾਰਟ 4, ਜਿਸ ਨੂੰ ਕਿਹਾ ਜਾਂਦਾ ਹੈ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵਿੱਚ ਦਰਜ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਸੰਵਿਧਾਨ ਦੀ ਕਿਹੜੀ ਧਾਰਾ ਭਾਰਤ ਦੀ ਵਿਦੇਸ਼ ਨੀਤੀ ਦੇ ਸਿਧਾਂਤਾਂ ਨਾਲ ਸੰਬੰਧਿਤ ਹੈ? ਜਿਵੇਂ ਕਿ ਮੈਂ ਪਿਛਲੇ ਪ੍ਰਸ਼ਨ 'ਚ ਦੱਸਿਆ ਕਿ ਚੌਥੇ ਭਾਗ ਦੇ ਵਿੱਚ ਹੈ ਔਰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਔਰ ਇਹ ਆਖਰੀ ਆਰਟੀਕਲ ਹੈ, ਆਰਟੀਕਲ 51, ਧਾਰਾ 51, ਔਰ ਇਸ ਧਾਰਾ ਤੋਂ ਬਾਅਦ 51A ਜਿਹੜਾ ਹੈ, 51A, ਇਹ ਡਿਊਟੀਜ਼ ਦਾ ਹੈ। ਪਾਰਟ 4A ਫੰਡਾਮੈਂਟਲ ਡਿਊਟੀਜ਼ ਆ ਜਾਂਦਾ ਹੈ, ਤੇ ਇਹ ਉਸ ਤੋਂ ਪਹਿਲਾਂ ਹੈ 51, ਉਸ ਦੇ ਵਿੱਚ ਸ਼ਾਮਿਲ ਹੈ। ਤੇ ਕੀਪ ਇਨ ਮਾਈਂਡ, ਰਾਈਟ। ਤੇ ਅੱਗੇ ਵਧਦੇ ਹਾਂ ਆਪਾਂ। ਪੰਚਸ਼ੀਲ ਸਮਝੌਤਾ ਕਿਹਨਾਂ 2 ਦੇਸ਼ਾਂ ਵਿਚਕਾਰ ਹੋਇਆ ਸੀ? ਤੇ ਉੱਤਰ ਹੈ ਭਾਰਤ ਅਤੇ ਚੀਨ ਦੇ ਵਿੱਚ 1954 ਦੇ ਵਿੱਚ। ਤੇ ਤੁਸੀਂ ਭਾਰਤ ਅਤੇ ਚੀਨ ਕਹਿਣਾ ਇੱਥੇ। ਅਗਲਾ ਪ੍ਰਸ਼ਨ ਹੈ, ਭਾਰਤ ਦੀ ਪਰਮਾਣੂ ਨੀਤੀ ਕੀ ਹੈ? ਉੱਤਰ ਹੈ ਪਰਮਾਣੂ ਸ਼ਕਤੀ ਦਾ ਪ੍ਰਯੋਗ ਸ਼ਾਂਤਮਈ ਉਦੇਸ਼ ਲਈ ਕਰਨਾ, ਔਰ ਭਾਰਤ ਇਸ ਦੇ ਲਈ ਵਚਨਬੱਧ ਹੈ। ਇਸ ਦਾ ਮਤਲਬ ਹੈ ਭਾਰਤ ਦੀ ਪਰਮਾਣੂ ਨੀਤੀ ਹੈ ਪਰਮਾਣੂ ਸ਼ਕਤੀ ਦਾ ਪ੍ਰਯੋਗ ਸ਼ਾਂਤਮਈ ਉਦੇਸ਼ਾਂ ਲਈ। ਤੇ 9ਵਾਂ ਪ੍ਰਸ਼ਨ ਹੈ, ਗੁੱਟ ਨਿਰਲੇਪਤਾ ਨੀਤੀ ਤੋਂ ਕੀ ਭਾਵ ਹੈ? ਉੱਤਰ ਹੈ ਕਿ ਗੁੱਟ ਨਿਰਲੇਪਤਾ ਨੀਤੀ ਭਾਰਤ ਨੇ ਅਪਣਾਇਆ ਸੀਗਾ ਕਿਸੇ 2 ਗੁੱਟਾਂ, ਜਿਹੜੇ 2 ਗੁੱਟ ਸੀਗੇ ਉਸ ਵੇਲੇ, US ਗੁੱਟ ਤੇ ਰਸ਼ੀਆ ਗੁੱਟ, ਇਹਨਾਂ ਵਿੱਚ ਨਾ ਸ਼ਾਮਿਲ ਹੋਣਾ। 2 ਸ਼ਕਤੀਸ਼ਾਲੀ ਬਲਾਕ ਬਣ ਗਏ ਸੀਗੇ, ਤੇ ਭਾਰਤ ਦਾ ਸ਼ਕਤੀ ਗੁੱਟਾਂ ਵਿੱਚ ਸ਼ਾਮਿਲ ਨਾ ਹੋਣਾ ਅਤੇ ਸੁਤੰਤਰ ਹੋ ਕੇ ਵਿਦੇਸ਼ ਨੀਤੀ ਦਾ ਨਿਰਮਾਣ ਕਰਨਾ, ਇਹ ਗੁੱਟ ਨਿਰਲੇਪਤਾ ਨੀਤੀ ਸੀ, ਜਿਸ ਦੇ ਤਹਿਤ ਭਾਰਤ ਨੇ ਕੋਸ਼ਿਸ਼ ਕੀਤੀ ਕਿ ਦੋਨਾਂ ਗੁੱਟਾਂ ਨਾਲ ਹੀ ਇੱਕ ਸੰਬੰਧ ਕਾਇਮ ਕਰਕੇ ਰੱਖਿਆ ਜਾਵੇ। ਤੇ ਕੀਪ ਇਨ ਮਾਈਂਡ ਕਿ ਭਾਰਤ ਦਾ ਜਿਹੜਾ ਗੁੱਟ ਨਿਰਲੇਪਤਾ ਨੀਤੀ ਸੀ, ਇਹ ਭਾਰਤ
ਨੇ ਜੋ ਅਪਣਾਇਆ ਸੀ ਇਹ ਬੇਸਿਕਲੀ ਸ਼ਕਤੀ ਗੁਟਾਂ ਵਿੱਚ ਸ਼ਾਮਿਲ ਨਾ ਹੋਣ ਲਈ ਸੀ। ਅਗਲਾ ਪ੍ਰਸ਼ਨ ਹੈ ਵਿਦੇਸ਼ ਨੀਤੀ ਦੇ ਕੋਈ ਦੋ ਨਿਰਧਾਰਕ ਤੱਤ ਲਿਖੋ। ਵਿਦੇਸ਼ ਨੀਤੀ ਦੇ ਨਿਰਧਾਰਕ ਤੱਤ ਕਈ ਹਨ ਤੇ ਇਸ ਸਭ ਤੋਂ ਪਹਿਲਾ ਤੱਤ ਜਿਹੜਾ ਇੰਪੋਰਟੈਂਟ ਹੈ ਉਹ ਰਾਸ਼ਟਰੀ ਹਿੱਤ ਹੈ, ਫਿਰ ਭੂਗੋਲਿਕ ਹਿੱਤ ਹੈ, ਰਾਸ਼ਟਰੀ ਤੱਤ ਤੇ ਭੂਗੋਲਿਕ ਤੱਤ ਹੈ। ਇਸ ਦੇ ਨਾਲ ਨਾਲ ਇਤਿਹਾਸਿਕ ਤੱਤ ਵੀ ਹੁੰਦੇ ਨੇ, ਤੁਹਾਡੇ ਮਿਲਟਰੀ ਪਾਵਰ ਵੀ ਹੈ। ਇਸ ਤਰੀਕੇ ਇਹ ਫੈਕਟਰ ਜਿਹੜੇ ਹੈ ਤੁਹਾਡੇ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਦੇ ਹਨ। ਤੇ ਰਾਸ਼ਟਰੀ ਹਿੱਤ ਤੇ ਭੂਗੋਲਿਕ ਹਿੱਤ, ਰਾਸ਼ਟਰੀ ਹਿੱਤ ਤੇ ਭੂਗੋਲਿਕ ਤੱਤ ਇਹ ਪ੍ਰਮੁੱਖ ਕਾਰਨ ਹਨ। ਨਾਲ ਨਾਲ ਤੇ ਆਰਥਿਕ ਤੇ ਸੈਨਿਕ ਤੱਤ ਵੀ ਹੈਗੇ ਜਿਹੜੇ ਕਾਰਨ ਹੈਗੇ। ਤੇ ਇਹ ਸੀਗੇ ਵਿਦੇਸ਼ ਨੀਤੀ ਨਾਲ ਸੰਬੰਧਿਤ 10 ਕੁਐਸਚਨ। ਮਿਲਦੇ ਹਾਂ ਅਗਲੇ ਕੁਐਸਚਨ 'ਚ, ਅਗਲੇ ਵੀਡੀਓ 'ਚ। ਥੈਂਕ ਯੂ, ਗॉड ब्लेस यू, टेक केयर।